ਤੇ ਬਾਦਸ਼ਾਹ ਨੂੰ ਪਹਿਲੇ ਪੇਸ਼ ਕੀਤਾ ਜਾਂਦਾ ਮਸ਼ਰੂਬ। ਜਦੋਂ ਮਸ਼ਰੂਬ ਪੇਸ਼ ਕੀਤਾ ਤੇ ਸ਼ਹਿਜ਼ਾਦਾ ਜ਼ਹੀਰ ਨੇ ਮੁਲਾਜ਼ਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤੇ ਮੁਲਾਜ਼ਮ ਕੰਬਣ ਲੱਗ ਪਿਆ, ਉਹਦੇ ਹੱਥ ਕੰਬਣ ਲੱਗ ਪਏ। ਹੁਣ ਮੈਂ ਬਾਦਸ਼ਾਹ ਬਣਨਾ। ਦੂਸਰਾ ਕਹਿੰਦਾ ਤੂੰ ਕਿਉਂ ਬਣਨਾ, ਮੈਂ ਵੱਡਾ ਆ, ਮੈਂ ਬਾਦਸ਼ਾਹ ਬਣਨਾ। ਦੋਵੇਂ ਆਪਸ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ। ਇੱਕ ਮੁਲਕ ਦਾ ਬਾਦਸ਼ਾਹ ਸੀ, ਉਹਦੇ 3 ਬੇਟੇ ਸੀ। ਸਾਰਿਆਂ ਤੋਂ ਛੋਟਾ ਸ਼ਹਿਜ਼ਾਦਾ ਜਿਹੜਾ ਉਹਦਾ ਨਾਂ ਜ਼ਹੀਰ ਸੀ, ਵੱਡੇ ਦਾ ਨਾਂ ਕਿਨਾਨ ਸੀ, ਉਸ ਤੋਂ ਛੋਟਾ ਸੋਬਾਨ ਸੀ। ਬਾਦਸ਼ਾਹ ਛੋਟੇ ਸ਼ਹਿਜ਼ਾਦੇ ਦੇ ਨਾਲ ਬਹੁਤ ਪਿਆਰ ਕਰਦਾ ਸੀ। ਛੋਟਾ ਸ਼ਹਿਜ਼ਾਦਾ ਜ਼ਹੀਨ ਸੀ, ਅਕਲਮੰਦ ਸੀ। ਬਾਦਸ਼ਾਹ ਵੀ ਉਸ ਨਾਲ ਬਹੁਤ ਪਿਆਰ ਕਰਦਾ ਸੀ। ਬਾਦਸ਼ਾਹ ਦੀ ਸਿਹਤ ਦਿਨ ਬ ਦਿਨ ਖਰਾਬ ਹੁੰਦੀ ਜਾਂਦੀ ਸੀ, ਬਿਮਾਰ ਰਹਿੰਦਾ ਸੀ। ਇੱਕ ਦਿਨ ਬਾਦਸ਼ਾਹ ਨੇ ਮਹਿਸੂਸ ਕੀਤਾ ਕਿ ਮੇਰੇ ਕੋਲ ਵਕਤ ਬਹੁਤ ਥੋੜਾ ਆ, ਮੈਂ ਬਿਮਾਰ ਜ਼ਿਆਦਾ ਹਾਂ। ਉਹਨੇ ਅਚਾਨਕ ਛੋਟੇ ਸ਼ਹਿਜ਼ਾਦੇ ਦੇ ਸਿਰ ਤੇ ਬਾਦਸ਼ਾਹਤ ਦਾ ਤਾਜ ਰੱਖ ਦਿੱਤਾ। ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੇਰਾ ਸ਼ਹਿਜ਼ਾਦਾ ਜ਼ਹੀਰ ਇਹ ਬਾਦਸ਼ਾਹ। ਉਹਨੂੰ ਬਾਦਸ਼ਾਹ ਬਣਾ ਦਿੱਤਾ। ਦੂਸਰੇ ਵੱਡੇ ਦੋਵੇਂ ਸ਼ਹਿਜ਼ਾਦੇ ਪਰੇਸ਼ਾਨ ਹੋ ਗਏ ਕਿ ਸਾਡਾ ਹੱਕ ਇਹਨੇ ਮਾਰ ਲਿਆ, ਲੇਕਿਨ ਬਾਪ ਦੀ ਵਜ੍ਹਾ ਤੋਂ ਚੁੱਪ ਸੀ, ਕੁਝ ਕਹਿ ਨਹੀਂ ਸਕਦੇ ਸੀ। ਹੁਣ ਬਾਪ ਦੇ ਮਰਨ ਦਾ ਇੰਤਜ਼ਾਰ ਕਰਨ ਲੱਗ ਪਏ ਕਿ ਬਾਪ ਮਰੇ ਤੇ ਫਿਰ ਅਸੀਂ ਇਹਦੇ ਨਾਲ ਕੋਈ ਦੋ ਹੱਥ ਕਰਾਂਗੇ। ਪਲਾਨ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ। ਚੰਦ ਦਿਨਾਂ ਤੋਂ ਬਾਅਦ ਬਾਪ ਵੀ ਦੁਨੀਆ ਤੋਂ ਚਲੇ ਗਿਆ। ਬਾਪ ਜਾਣ ਲਗਾ, ਛੋਟੇ ਸ਼ਹਿਜ਼ਾਦੇ ਨੂੰ ਇੱਕ ਵਸੀਅਤ ਕਰ ਗਿਆ ਸੀ। ਵਸੀਅਤ ਇਹ ਕੀਤੀ ਸੀ ਉਹਨੇ ਕਿ ਪੁੱਤਰਾ, ਇਹ ਦੋਵੇਂ ਭਰਾ ਤੇਰੇ ਖੂਨ ਦੇ ਪਿਆਸੇ ਆ, ਇਹਨਾਂ ਨੇ ਤੈਨੂੰ ਭੁੱਖੇ ਸ਼ੇਰ ਦੀ ਤਰ੍ਹਾਂ ਤੇਰੀਆਂ ਬੋਟੀਆਂ ਨੋਚ ਲੈਣੀਆਂ ਤੇ ਇਹਨਾਂ ਕੋਲ ਬਚ ਕੇ ਨਹੀਂ। ਮੈਂ ਤੈਨੂੰ ਬਾਦਸ਼ਾਹ ਤੇ ਬਣਾ ਦਿੱਤਾ। ਇਹ ਮੇਰਾ ਫੈਸਲਾ, ਬੇਸ਼ੱਕ ਤੈਨੂੰ ਚੰਗਾ ਲੱਗਦਾ ਜਾਂ ਨਹੀਂ ਲੱਗਦਾ, ਇਸ ਫੈਸਲੇ ਦਾ ਤੈਨੂੰ ਪਤਾ ਉਦੋਂ ਲੱਗੇਗਾ ਜਦੋਂ ਤੂੰ ਆਪਣੇ ਭਾਈਆਂ ਦੀ ਨੀਅਤ ਦਾ ਤੈਨੂੰ ਪਤਾ ਲੱਗੇਗਾ। ਤੇ ਮੇਰੀ ਮਰੇ ਹੋਏ ਪਿਓ ਦੀ ਆਖਰੀ ਖਾਹਿਸ਼ ਸਮਝ ਕੇ ਤੇ ਇੱਕ ਦਫਾ ਆਪਣੇ ਭਰਾਵਾਂ ਦਾ ਇਮਤਿਹਾਨ ਜ਼ਰੂਰ ਲਈ, ਵਰਨਾ ਤੂੰ ਅਗਰ ਇਹਨਾਂ ਨੂੰ ਸਿਰਫ ਪੜ੍ਹਾਈ ਸਮਝਦਾ ਰਿਹਾ ਤੇ ਇਹ ਤੈਨੂੰ ਤੇਰੀਆਂ ਬੋਟੀਆਂ ਖਾ ਜਾਣਗੇ। ਉਸ ਤੋਂ ਬਾਅਦ ਇਸ ਸਲਤਨਤ ਦਾ ਸ਼ਰਾਜ਼ਾ ਬਿਖਰ ਜਾਏਗਾ, ਇਹ ਖੇਰੂ ਖੇਰੂ ਹੋ ਜਾਏਗੀ ਸਲਤਨਤ। ਇੱਕ ਦਿਨ ਐਸਾ ਹੋਇਆ, ਬਾਦਸ਼ਾਹ ਨੂੰ ਦਫਨ ਕਰ ਦਿੱਤਾ। ਦਫਨ ਕਰਨ ਤੋਂ ਬਾਅਦ ਸ਼ਹਿਜ਼ਾਦੇ, ਵੱਡੇ ਸ਼ਹਿਜ਼ਾਦੇ ਜਿਹੜੇ ਦੋਵੇਂ ਸੋਬਾਨ ਤੇ ਕਿਨਾਨ, ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਜਲਦੀ ਜਲਦੀ ਇਸ ਦਾ ਬੰਦੋਬਸਤ ਕਰੀਏ, ਵਰਨਾ ਇਹ ਸਾਡੇ ਕੋਲ ਹੱਥੋਂ ਗੱਲ ਨਿਕਲ ਜਾਣੀ ਹੈ। ਪ੍ਰੋਗਰਾਮ ਬਣਾਇਆ ਕਿ ਇੱਕ ਮੁਲਾਜ਼ਮ ਦਾ ਡਿਊਟੀ ਲਾਈ ਕਿ ਅਸੀਂ ਇੱਕ ਥਾਂ ਤੇ ਤਿੰਨੇ ਬੈਠੇ ਗੱਪਾਂ ਮਾਰਦੇ ਹੋਵਾਂਗੇ ਤੇ ਤੂੰ ਇੱਕ ਜ਼ਹਿਰ ਦਾ ਗਲਾਸ ਲਿਆਈ। 3 ਗਲਾਸ ਲਿਆਈ ਜਿਨ੍ਹਾਂ 'ਚੋਂ ਇੱਕ ਦੇ ਵਿੱਚ ਜ਼ਹਿਰ ਹੋਵੇ। ਉਹ ਜ਼ਹਿਰ ਵਾਲਾ ਗਲਾਸ ਜਿਹੜਾ ਉਹ ਛੋਟੇ ਸ਼ਹਿਜ਼ਾਦੇ ਨੂੰ ਪੇਸ਼ ਕਰਨਾ। ਹੋਇਆ ਕਿ ਐਸੀ ਜਗ੍ਹਾ ਦਾ ਇੰਤਖਾਬ ਉਹ ਛੋਟੇ ਸ਼ਹਿਜ਼ਾਦੇ ਨੇ ਕੀਤਾ ਕਿ ਜਿੱਥੇ ਮੁਜੱਸਮੇ ਲੱਗੇ ਹੋਏ ਸੀ, ਤਸਵੀਰਾਂ ਲੱਗੀਆਂ ਹੋਈਆਂ ਸੀ, ਬੜਾ ਸਜਾਇਆ ਹੋਇਆ ਕਮਰਾ ਸੀ, ਅਜੀਬੋ ਗਰੀਬ ਮੰਜ਼ਰ ਸੀ। ਉੱਥੇ ਉਹਨੇ ਸ਼ਹਿਜ਼ਾਦਾ ਜ਼ਹੀਰ ਨੇ ਆਪਣੇ ਵੱਡੇ ਭਾਈਆਂ ਨੂੰ ਉੱਥੇ ਸੱਦ ਕੇ ਤੇ ਬਿਠਾਇਆ। ਗੱਪਾਂ ਸ਼ੁਰੂ ਹੋ ਗਈਆਂ, ਗੱਲਾਂ ਮਾਰਦੇ ਰਹੇ, ਕੋਈ ਇੱਧਰਲੀਆਂ ਉੱਧਰਲੀਆਂ। ਅਚਾਨਕ ਮੁਲਾਜ਼ਮ ਆਇਆ। ਮੁਲਾਜ਼ਮ ਦੇ ਹੱਥ 'ਚ ਟਰੇ ਸੀ, ਟਰੇ 'ਚ 3 ਗਲਾਸ ਸੀ। ਉਹ ਵੱਡੇ ਭਾਈ ਵੱਲ ਵਧਿਆ। ਵੱਡੇ ਭਾਈ ਨੇ ਇਸ਼ਾਰਾ ਕੀਤਾ, ਨਾ ਭਾਈ, ਛੋਟੇ ਭਾਈ ਦਾ ਹੱਕ ਜ਼ਿਆਦਾ, ਪਹਿਲਾਂ ਉਹਨੂੰ ਪੇਸ਼ ਕਰੋ, ਕਿਉਂਕਿ ਉਹ ਬਾਦਸ਼ਾਹ ਬਣਿਆ ਵਾ, ਉਹਨੂੰ ਬਾਦਸ਼ਾਹ ਦੀ ਮੁਬਾਰਕ ਵੀ ਦੇਣੀ ਹੈ ਤੇ ਲਿਆਦਾ ਇਸ ਵਾਸਤੇ ਛੋਟੇ ਭਾਈ ਨੂੰ ਪੇਸ਼ ਕਰੋ। ਦਰਮਿਆਨ ਵਾਲਾ ਭਾਈ ਜਿਹੜਾ ਉਹ ਵੀ ਕਹਿੰਦਾ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ, ਛੋਟੇ ਭਾਈ ਦਾ ਹੱਕ ਆ ਪਹਿਲੇ, ਕਿਉਂਕਿ ਉਹ ਬਾਦਸ਼ਾਹ ਤੇ ਬਾਦਸ਼ਾਹ ਨੂੰ ਪਹਿਲੇ ਪੇਸ਼ ਕੀਤਾ ਜਾਂਦਾ ਮਸ਼ਰੂਬ। ਜਦੋਂ ਮਸ਼ਰੂਬ ਪੇਸ਼ ਕੀਤਾ ਤੇ ਸ਼ਹਿਜ਼ਾਦਾ ਜ਼ਹੀਰ ਨੇ ਮੁਲਾਜ਼ਮ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤੇ ਮੁਲਾਜ਼ਮ ਕੰਬਣ ਲੱਗ ਪਿਆ, ਉਹਦੇ ਹੱਥ ਕੰਬਣ ਲੱਗ ਪਏ ਤੇ ਉਹਦਾ ਰੰਗ ਜ਼ਰਦ ਹੋ ਗਿਆ। ਸ਼ਹਿਜ਼ਾਦਾ ਜ਼ਹੀਰ ਨੂੰ ਪਤਾ ਲੱਗ ਗਿਆ ਕਿ ਇਹ ਕੀ ਪ੍ਰੋਗਰਾਮ ਆ ਇਹਨਾਂ ਦਾ। ਮੈਂ ਗਲਾਸ ਫੜ ਕੇ ਸਾਹਮਣੇ ਰੱਖ ਲਿਆ। ਦੋਵੇਂ ਭਾਈ ਜਿਹੜੇ ਸੀ ਨਾ, ਉਹਨਾਂ ਨੇ ਗੱਲਾਂ ਦਾ ਰੁਖ ਬਦਲਣ ਦੀ ਕੋਸ਼ਿਸ਼ ਕੀਤਾ। ਇਹ ਰੁਖ ਬਦਲਦਾ ਆ, ਹੋਰ ਪਾਸੇ ਗੱਲਾਂ ਲੈ ਗਏ, ਕਰਦੇ ਕਰਦੇ ਸਕੂਨ ਹੋ ਗਿਆ ਵੀ ਇਹ ਹੁਣ ਗੱਲ ਬਦਲ ਗਈ ਆ। ਗੱਲਾਂ ਕਰਦਿਆਂ ਕਰਦਿਆਂ ਪਤਾ ਨਹੀਂ ਕਿਹੜੇ ਵੇਲੇ ਸ਼ਹਿਜ਼ਾਦਾ ਜ਼ਹੀਰ ਨੇ ਗਲਾਸ ਪੀ ਲਿਆ।
ਗਲਾਸ ਖਾਲੀ ਕਰਤਾ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਅੱਛਾ ਅਚਾਨਕ ਗਲਾਸ ਖਾਲੀ ਦੇਖਿਆ, ਅੱਛਾ ਜਦੋਂ ਦੋਵਾਂ ਨੂੰ ਭਰਾਵਾਂ ਨੂੰ ਨਹੀਂ ਪਤਾ ਲੱਗਾ ਕਿ ਉਹਨੇ ਕਿਹੜੇ ਵੇਲੇ ਉਹ ਗਲਾਸ ਪੀ ਲਿਆ। ਹਾਂਜੀ ਉਹ ਜ਼ਹਿਰ ਆਲੂਦ ਗਲਾਸ। ਅਚਾਨਕ ਗੱਲਾਂ ਕਰਦਿਆਂ ਉਸ ਵੇਲੇ ਪਤਾ ਲੱਗਾ ਕਿ ਸ਼ਹਿਜ਼ਾਦਾ ਜ਼ਹੀਰ ਜਿਹੜਾ ਸੀ ਉਹਦੀ ਤਬੀਅਤ ਖਰਾਬ ਹੋ ਗਈ, ਉਹ ਨਟਾਲ ਹੋ ਕੇ ਥੱਲੇ ਡਿੱਗ ਪਿਆ, ਸਿਰ ਮਤ ਟੇਬਲ ਤੇ ਸਿੱਟ ਦਿੱਤਾ, ਪਰੇਸ਼ਾਨ ਹੋ ਗਿਆ। ਦੋਵੇਂ ਹੀ ਕਹਿੰਦੇ ਲੈ ਬਈ ਕੰਮ ਬਣ ਗਿਆ। ਕਹਿੰਦੇ ਇਹ ਗਿਆ ਹੁਣ। ਵੇਖਦਿਆਂ ਸ਼ਹਿਜ਼ਾਦਾ ਜ਼ਹੀਰ ਜਿਹੜਾ ਠੰਡਾ ਹੋ ਗਿਆ। ਕਹਿੰਦੇ ਲੈ ਇੱਕ ਦੂਸਰੇ ਨਾਲ ਹੱਥ ਮਿਲਾਏ, ਕਹਿੰਦੇ ਬਸ ਆਪਣਾ ਕੰਮ ਹੋ ਗਿਆ। ਉਹ ਕਹਿੰਦਾ ਦਰਮਿਆਨ ਵਾਲਾ ਕਹਿੰਦਾ ਹੁਣ ਮੈਂ ਬਾਦਸ਼ਾਹ ਬਣਨਾ, ਦੂਸਰਾ ਕਹਿੰਦਾ ਤੂੰ ਕਿਉਂ ਬਣਨਾ, ਮੈਂ ਵੱਡਾ ਆ, ਮੈਂ ਬਾਦਸ਼ਾਹ ਬਣਨਾ। ਦੋਵੇਂ ਆਪਸ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ। ਉਹ ਛੋਟਾ ਕਹੇ ਮੈਂ ਕਾਬਲ ਹਾਂ, ਉਹ ਕਹੇ ਮੈਂ ਵੱਡਾ ਆ। ਕਰਦਿਆਂ ਹੱਤਾ ਕਿ ਗੱਲ ਇੱਥੇ ਤੇ ਪਹੁੰਚ ਗਈ ਕਿ ਦੋਵਾਂ ਨੇ ਤਲਵਾਰਾਂ ਕੱਢ ਲਈਆਂ, ਇੱਕ ਦੂਸਰੇ ਨੂੰ ਮਾਰਨ ਲੱਗ ਪਏ। ਮਾਰਦੇ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਜ਼ਖਮੀ ਕਰ ਦਿੱਤੇ। ਬਾਦਸ਼ਾਹ ਦਾ ਜਿਹੜਾ ਭੂਤ ਸਵਾਰ ਹੋ ਜਾਵੇ ਨਾ, ਇਹ ਭੂਤ ਬੜਾ ਗਹਿਰਾ ਹੁੰਦਾ। ਉਹਨਾਂ ਦੋਵਾਂ ਭਰਾਵਾਂ ਤੇ ਬਾਦਸ਼ਾਹ ਦਾ ਭੂਤ ਸਵਾਰ ਸੀ। ਤਾਰੀਖ ਦੇ ਵਿੱਚ ਮਿਸਾਲਾਂ ਮਿਲਦੀਆਂ ਕਿ ਭਰਾਵਾਂ ਨੇ ਕਤਲ ਕਰ ਦਿੱਤਾ, ਭਰਾਵਾਂ ਦੀਆਂ ਅੱਖਾਂ ਦੇ ਵਿੱਚ ਜਲਦੀਆਂ ਹੋਈਆਂ ਸਲਾਈਆਂ ਪਾ ਦਿੱਤੀਆਂ ਇਸ ਇਕਤਦਾਰ ਦੀ ਲਾਲਚ ਵਿੱਚ। ਤਾਂ ਉਹ ਇਕਤਦਾਰ ਦੇ ਲਾਲਚ ਵਿੱਚ ਦੋਵੇਂ ਲੜਦੇ ਪਏ ਆ। ਭਰਾ ਨੂੰ ਵੀ ਮਾਰ ਦਿੱਤਾ, ਮਾਰ ਕੇ ਤੇ ਆਪਣੇ ਹੁਣ ਦੋਵਾਂ ਦੇ ਵਿੱਚ ਲੜਾਈ ਪੈ ਗਈ। ਇਹ ਕੀ ਬਣਿਆ, ਉਹ ਕਹਿੰਦਾ ਮੇਰਾ ਹੱਕ ਆ, ਉਹ ਕਹਿੰਦਾ ਮੇਰਾ ਹੱਕ ਆ। ਚੰਗੇ ਇੱਕ ਦੂਸਰੇ ਦੇ ਨਾਲ ਮਾਰੋ ਮਾਰ ਇੱਕ ਦੂਸਰੇ ਮਰਨ ਮਾਨ ਤੇ ਹੋਏ ਆ। ਅਚਾਨਕ ਪਿੱਛੋਂ ਇੱਕ ਤਾਲੀ ਦੀ ਆਵਾਜ਼ ਆਈ। ਇਸ ਤਰ੍ਹਾਂ ਪਿੱਛੇ ਮੁੜ ਕੇ ਦੇਖਿਆ ਤੇ ਸ਼ਹਿਜ਼ਾਦਾ ਜ਼ਹੀਰ ਖੜਾ ਸੀ। ਉਹ ਹੱਸ ਰਿਹਾ ਸੀ, ਮੁਸਕਰਾ ਰਿਹਾ ਸੀ। ਜਦੋਂ ਪਿੱਛੇ ਦੇਖਿਆ ਬੜੇ ਹੈਰਾਨ ਹੋ ਗਏ। ਸ਼ਹਿਜ਼ਾਦਾ ਜ਼ਹੀਰ ਤੂੰ ਜ਼ਿੰਦਾ ਹੈ? ਕਹਿੰਦਾ ਵਾਹ ਬਾਈ ਵਾਹ, ਕਿਆ ਬਾਤ ਹੈ। ਇਹ ਬਾਦਸ਼ਾਹ ਦਾ ਭੂਤ ਇੰਨਾ ਸਵਾਰ ਸੀ ਤੁਹਾਡੇ ਉੱਤੇ ਕਿ ਛੋਟੇ ਭਰਾ ਨੂੰ ਮਾਰ ਦਿੱਤਾ। ਅਚਾਨਕ ਦੇਖਦਿਆਂ ਉਹ ਜਿਹੜੇ ਮੁਜੱਸਮੇ ਸੀ, ਉਹ ਜਿਹੜੀਆਂ ਤਸਵੀਰਾਂ ਸੀ, ਉਹ ਸਾਰੀਆਂ ਹਿੱਲਣ ਲੱਗ ਪਈਆਂ। ਉਹ ਸਾਰੇ ਫੌਜੀ ਖੜੋਤੇ ਸੀ, ਸਾਰੇ ਫੌਜੀ ਹਰਕਤ 'ਚ ਆ ਗਏ। ਕਮਾਂਡਰ ਉਹਨਾਂ ਦਾ ਨਾਲ ਸੀ। ਸ਼ਹਿਜ਼ਾਦਾ ਜ਼ਹੀਰ ਨੇ ਆਖਿਆ, ਕਮਾਂਡਰ ਨੂੰ ਇਸ਼ਾਰਾ ਕੀਤਾ, ਇਹਨਾਂ ਨੂੰ ਗ੍ਰਿਫਤਾਰ ਕਰ ਲਓ। ਫੌਰਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਆਖਿਆ, ਕਿਉਂਕਿ ਉਹ ਇੱਕ ਬਾਦਸ਼ਾਹ ਸੀ, ਬਾਦਸ਼ਾਹ ਦਾ ਇਹ ਕੰਮ ਆ ਕਿ ਅਦਲ ਕਾਇਮ ਕਰਨਾ, ਤੇ ਅਦਲ ਦਾ ਇਹ ਤਕਾਜ਼ਾ ਸੀ ਕਿ ਉਹਨਾਂ ਨੂੰ ਬਾਗੀਆਂ ਦੀ ਸਜ਼ਾ ਮਿਲੇ। ਉਹਨਾਂ ਨੂੰ ਸਜ਼ਾ ਕੀ ਦਿੱਤੀ? ਉਹਨਾਂ ਨੂੰ ਆਖਿਆ ਇਹਨਾਂ ਦਾ ਹੱਕ ਇਹ ਆ, ਕਿਉਂਕਿ ਇਹ ਸ਼ਹਿਜ਼ਾਦੇ ਆ, ਇਸ ਵਾਸਤੇ ਇਹਨਾਂ ਨੂੰ ਇੱਕ ਮਹੱਲ ਦੇ ਵਿੱਚ, ਪਿੰਜਰੇ ਨੁਮਾ ਮਹੱਲ ਦੇ ਵਿੱਚ ਕੈਦ ਕਰ ਦਿੱਤਾ ਜਾਵੇ ਔਰ ਇਹਨਾਂ ਨੂੰ ਉੱਥੇ ਦੁਨੀਆ ਦੀ ਹਰ ਆਸਾਇਸ਼ ਜਿਹੜੀ ਆ, ਹਰ ਨਿਅਮਤ ਉੱਥੇ ਪਹੁੰਚਾਈ ਜਾਵੇ, ਪਰ ਆਜ਼ਾਦੀ ਨਹੀਂ ਇਹਨਾਂ ਨੂੰ ਮਿਲ ਸਕਦੀ। ਆਜ਼ਾਦੀ ਤੋਂ ਸਿਵਾ ਸਾਰੀਆਂ ਨਿਯਮਤਾਂ ਇਹਨਾਂ ਨੂੰ ਮਿਲਣਗੀਆਂ, ਕਿਉਂਕਿ ਇਹ ਬਾਗੀ ਆ। ਉਹਨਾਂ ਨੂੰ ਕੈਦ ਕਰਤਾ ਤੇ ਆਪਣੇ ਬਾਪ ਦੀ ਵਸੀਅਤ ਯਾਦ ਆਈ ਕਿ ਮੇਰੇ ਬਾਪ ਨੇ ਜਿਹੜੀ ਗੱਲ ਕਹੀ ਸੀ ਉਹ ਬਿਲਕੁਲ 16 ਨੇ ਸੱਚੀ ਨਿਕਲੀ। ਉਹ ਫਿਰ ਸਕੂਨ ਦੇ ਨਾਲ ਆਪਣੇ ਬਾਦਸ਼ਾਹ ਕਰਨ ਲੱਗ ਪਿਆ। ਅੱਲਾਹ ਹਾਫਿਜ਼।